बैठ के तेरे वचन को सीखने का सौभाग्य दिता। हुण तक आराधना की तो हो गए प्रभु, वचन द्वारा पूरी तरह तोड़ दियो और वड्डी कृपा करो और वचन तीसरे स्वर च दियो, प्रकाश करो, थोड़ा पवित्र आत्मा मदद करो और लाइव सुनने वाले पे भी थोड़ी कृपा रहम करो, यीशु मसीह नाम में आमीन। हालेलुया हालेलुया। कुछ लाइट गई थी वो पूरा सोच ला के देख लें, नाप के दे लो दो बटने। सो ठीक है, अज कि वारी सी जो कोई प्रभु वाल मुड़ता है की होंदा है, पहले 5 गल्लां जिहड़ियां पिता वालों होंदियां, पिता वालों जिहड़ियां 5 गल्लां पहलियां होंदियां, किहदी वारी है? हाँ जी थोड़ी, हाँ पिता वालों 5 गल्लां जिहड़ियां होंदियां, ਜਿਹੜਾ ਅਸੀਂ ਪਿਤਾ ਪਰਮੇਸ਼ਵਰ ਵੱਲ ਮੰਗਦੇ ਹਾਂ, ਸਭ ਤੋਂ ਪਹਿਲਾਂ ਆਸ਼ੀਸ਼ ਹੁੰਦੀ ਹੈ ਸਾਡੀ ਪਰਮੇਸ਼ਵਰ ਦੀ ਕਿਰਪਾ ਤੱਕ ਪਹੁੰਚ ਹੋ ਜਾਂਦੀ ਹੈ। ਹਾਂਜੀ ਤੇ ਇਸ ਤੋਂ ਉਹਦੀ 18 ਆਇਤਾਂ ਦੱਸਣ ਦੀ ਲੋੜ ਨਹੀਂ ਸੀ, ਉਹ ਆਇਤ ਦੱਸ ਦਿਓ। ਹਾਂ ਆਇਤਾਂ ਸੁਣੋ ਕਿ ਪਰਮੇਸ਼ਵਰ ਦੀ ਕਿਰਪਾ ਤੱਕ ਪਹੁੰਚ ਹੋ ਜਾਂਦੀ ਹੈ, ਕਿਰਪਾ ਤੱਕ ਪਹੁੰਚ ਹੋ ਜਾਂਦੀ ਹੈ। ਦੂਸਰਾ ਪਰਮੇਸ਼ਵਰ ਦੀ ਲੇਖਾ ਦਾ ਮਤਲਬ ਕਿ ਸੰਤਾਨ ਹੋਣ ਦੇ ਅਧਿਕਾਰੀ ਹੋ ਜਾਂਦੇ ਆ। ਹਾਂ ਹਾਂ ਫਿਰ ਉਹ ਤੋਂ ਬਾਅਦ ਪਰਮੇਸ਼ਵਰ ਦੇ ਰਾਜ ਦੇ ਅਧਿਕਾਰੀ ਹੋ ਜਾਂਦੇ ਆ, ਹਾਂਜੀ। ਪਰਮੇਸ਼ਵਰ ਦੁਆਰਾ ਚੁਣੇ ਜਾਂਦੇ ਆ। ਹਾਂਜੀ। ਤੇ ਉਹ ਤੋਂ ਬਾਅਦ ਫਿਰ ਅਸੀਂ ਪਰਮੇਸ਼ਵਰ ਦੇ ਸਵਰਗੀ ਰਾਜ ਦੇ ਨਾਲ ਜੁੜਦੇ ਹਾਂ। ਹਾਲੇਲੂਇਆ ਹਾਲੇਲੂਇਆ। ਹੁਣ ਆ ਜਾਓ ਜੀ 6 ਤੋਂ 10। ਹਾਂਜੀ ਇਹ ਸਿਰਫ ਆਇਤਾਂ ਨਹੀਂ ਬੋਲਣੀ, ਖਾਲੀ ਪੁਆਇंट बोल देना। हाँ जी बन जाते हैं, हाँ जी परमेश्वर के दास बन जाते हैं, हाँ जी परमेश्वर के याजक बन जाते हैं, हाँ जी परमेश्वर से नहीं बचते हैं, हाँ हम पवित्रता बनते पवित्र किए जाते हैं। हालेलुया हालेलुया। ठीक है जी, ठीक है। रब का नाम हुण पुत्र वालों जो काम हुंदा है ओदियां पहलियां 5 गल्लां। हाँ जी तुहाडी वारी आ जाओ। पुत्र वालों जो काम हुंदा है, एक इंसान जो रब वाल मुड़दा है, पुत्र वालों दे जीवन च की काम हुंदा है, ऐसा दस्सण दी लोड़ नहीं, पॉइंट दस दिओ। हाँ जी पहली गल ਅਸੀਂ ਉਹਦੇ ਪਿਆਰੇ ਪੁੱਤਰ ਦੇ ਸਿਲੇ स्वीकार किए जाने ਸਵੀਕਾਰ ਕੀਤੇ ਜਾਂਦੇ ਹਨ। हाँ ਯਿਸੂ ਮਸੀਹ ਦੇ ਵਿੱਚ ਸਾਨੂੰ मसीह दे शरीर विच सानू ਦੇ ਸਰੀਰ ਵਿੱਚ ਸਾਨੂੰ ਬਪਤਿਸਮਾ ਦਿੱਤਾ ਜਾਂਦਾ। हाँ तीसरी गल ਤੀਸਰੀ ਗੱਲ, परमेश्वर से गाड़ी ਇਹ ਦਫਨ ਕੀਤੇ ਜਾਂਦੇ ਯਿਸੂ ਮਸੀਹ ਨਾਲ। हाँ चौथी ਜਿਸ ਪਿਤਾ ਪਰਮੇਸ਼ਰ ਵੱਲੋਂ ਇਹ ਯਿਸੂ पुत्र नूं असीं तोहफा दित्ते जांदे हैं। ਤੋਹਫੇ ਦੇ ਰੂਪ ਵਿੱਚ ਕਬੂਲ ਮਿਲ ਜਾਂਦਾ। हाँ जी जी। ते पंजवां ਮਸੀਹ ਦੇ ਵਸੀਲੇ ਮੁਕਤੀ ਮਿਲਦੀ। हालेलुया हालेलुया। शुक्र है शुक्र है। पहली बार जब मैं गवाही देने लगा सी, मेरी लत्तां इन्नियां कंबियां, मेरे मुंह चों बोल ही नहीं रहा। फिर भी तुसीं हिम्मत वाले हैं ਜਿਹੜੀਆਂ ਇੰਨੀਆਂ ਗੱਲਾਂ ਬੋਲ ਰਹੇ। हालेलुया। सो 6 ਤੋਂ 10 ਤੱਕ ਪੁੱਤਰ ਵੱਲੋਂ ਜਿਹੜਾ ਕੰਮ ਹੁੰਦਾ 6 ਤੋਂ 10 ਤੱਕ। ਹੋਰ ਕੌਣ ਸੀ? अच्छा यही काम होता है पुत्र। अच्छा अच्छा हाँ आप ये लिख देवांगे भी पुत्र वालों काम होंदा कि वो बटाले चले जाते फिर आउंदे नहीं। हाँ जी तो और कौन सी तुसी? एक तो ਤੁਹਾਡਾ ਕਿੰਨਾ ਸੀਗਾ? 11 ਤੋਂ 14। ਆ ਜਾਓ, ਘਬਰਾਉਣ ਦੀ ਲੋੜ ਨਹੀਂ, ਆਪਾਂ ਆਪਣਾ ਪਰਿਵਾਰ ਹੀ ਬੈਠੇ ਕਿਹੜੀ ਗੱਲ ਹੈ। इतना बाकी में हौसला मिलेगा सारे। ਅਸੀਂ ਬਾਕੀ ਘਰਾਂ 'ਚ ਜਿਹੜੇ ਲਾਈਵ ਸੁਣ ਰਹੇ ਸਾਡੇ ਕਲੀਸਿਆ ਮੈਂਬਰ, ਘਰਾਂ 'ਚ ਜਾ ਕੇ ਵੈਸੇ ਉਹਨਾਂ को ये सीखना सुनना है सारा। हाँ जी महिमा के साथ स्वर्गीय स्थानों पर बिठाए जाते हैं। हाँ इफ्सियां 2:6। नहीं ਦੱਸਣ ਦੀ ਲੋੜ ਨਹੀਂ, ਸਿਰਫ ਪੁਆਇੰਟ ਦੱਸ। ਹਾਂ 12ਵਾਂ एक तानाशा प्राप्त ਹੁੰਦੀ ਹੈ। हाँ ਇੱਕ ਏਕਤਾ ਦੇ ਵਿੱਚ ਸਹਿਭਾਗੀ ਹੁੰਦੇ ਆ। हाँ ਸਾਰੇ ਮਹਿਮਾਨ ਦੇ ਮੈਲ ਉਸਤੇ ਹੋ ਜਾਂਦੇ ਆ। हाँ हालेलुया। महल महिमा ਦਾ ਜਿਹੜਾ ਮਹਿਲ ਆ ਉਸ ਦਾ ਹੋ ਜਾਂਦਾ। ठीक है ਧੰਨਵਾਦ। इधर थोड़ी जी जिम्मेदारी पई होनी ना, घर जाके भी पढ़ते होने ना उदा दोनों जो सुनाना है। हालेलुया। पर ये है जो ਤੁਹਾਡੇ ਅੰਦਰ ਕੀ ਕਰ ਗਿਆ, ਹੁਣ ਜੜ ਫੜ ਗਿਆ। ਜਿਹੜਾ ਜੜ ਫੜੂਗਾ ਤੇ ਉਹਦੇ ਚ ਤਣਾ ਵੀ ਨਿਕਲੂਗਾ, ਜੇ ਚ ਤਣਾ ਨਿਕਲੂਗਾ ਉਹ ਚ ਸ਼ਾਖਾ ਵੀ ਨਿਕਲਣਗੀ, ਜੇ ਚ ਸ਼ਾਖਾ ਨਿਕਲੂਗੀ ਉਹ ਚ ਪੱਤੇ ਵੀ ਨਿਕਲਣਗੇ, ਜੇ ਚ ਪੱਤੇ ਨਿਕਲੂਗੇ ਉਹ ਚ ਫੁੱਲ ਵੀ ਨਿਕਲੂਗਾ, ਜੇ ਚ ਫੁੱਲ ਨਿਕਲੂਗਾ ਉਹ ਚ ਫਲ ਵੀ। ਹਾਲੇਲੂਇਆ ਹਾਲੇਲੂਇਆ। सी है ग्रोथ होनी लगातार। बीजा बीज ही जाता है, ये बीज के विच ही सब कुछ छुपिया होंदा।
ਅਸੀਂ ਜਿੱਦਾਂ ਹੁਣ ਪਵਿੱਤਰ ਆਤਮਾ ਪਾਉਂਦੇ ਤੇ ਪਵਿੱਤਰ ਆਤਮਾ ਜਿਹਨੇ ਪਾ ਲਿਆ ਵਰਦਾਨ ਔਰ ਫਲ ਉਹਦੇ ਵਿੱਚ ਆਟੋਮੈਟਿਕ ਹੈਗੇ ਆ। ਹਾਲੇਲੂਇਆ। ਸਿਰਫ ਜਿੱਦਾਂ ਗਰੋਥ ਕਰਾਂਗੇ ਮਸੀਹ ਦੇ ਵਿੱਚ ਜੜ ਫੜਾਂਗੇ ਤਾਂ ਫਲ ਔਰ ਵਰਦਾਨ ਕਿਉਂ ਨੇ ਪ੍ਰਗਟ ਹੋਣੇ ਸ਼ੁਰੂ ਹੋ ਜਾਣਗੇ। ਹਾਲੇਲੂਇਆ। ਔਰ ਉਹਦੇ ਲਈ ਅਸੀਂ ਤੁਹਾਨੂੰ ਹੋਰ ਤਰ ਕਰਨ ਲਈ ਜ਼ਮੀਨ ਨੂੰ ਸਹੀ ਤਰੀਕੇ ਨਾਲ ਖਾਦ ਮਿਲਣ ਲਈ ਸਭ ਕੁਝ ਕਰਨ ਲਈ ਤੁਹਾਨੂੰ ਪ੍ਰਾਰਥਨਾ ਦਾ ਇੱਥੇ ਮੌਕਾ ਦੇ ਦਿੱਤਾ ਹੈ। ਹਾਲੇਲੂਇਆ। ਸੋ ਜਿਹੜੇ ਇੱਥੇ ਆ ਕੇ ਪ੍ਰਾਰਥਨਾ ਕਰ ਰਹੇ ਆ ਉਹ ਤਾਂ ਕਰ ਹੀ ਰਹੇ। ਅਗਰ ਕਿਸੇ ਹੋਰ ਦਾ ਵੀ ਮਨ ਕਰੇ ਦਿਨ ਵਿੱਚ ਕਿਸੇ ਵੀ ਟਾਈਮ ਆ ਕੇ ਜਦੋਂ ਉਹਨੂੰ ਲੱਗਦਾ ਕਿ ਮੈਂ ਇਸ ਟਾਈਮ ਫ੍ਰੀ ਹਾਂ ਤਾਂ ਬੇਝਿਜਕ ਆ ਕੇ ਇਸ ਜਗ੍ਹਾ ਤੇ ਬੈਠ ਕੇ ਪ੍ਰਾਰਥਨਾ ਕਰ ਸਕਦਾ। ਹਾਲੇਲੂਇਆ। ਔਰ ਜੇ ਤੁਸੀਂ ਆਪਣੇ ਘਰ ਵਿੱਚ ਵਫਾਦਾਰੀ ਨਾਲ ਕਰ ਰਹੇ ਹੋ ਕੋਈ ਸਮੱਸਿਆ ਨਹੀਂ, ਆਪਣੇ ਘਰ ਦੇ ਵਿੱਚ ਵੀ ਤੁਸੀਂ ਬੈਠ ਕੇ ਧੰਨਵਾਦ ਕਰ ਸਕਦੇ ਹੋ ਕਿਉਂਕਿ ਜਦੋਂ ਤੁਸੀਂ ਬਹਿਨੇ ਆ ਸਾਡੇ ਨਾਲ ਜੁੜ ਜਾਂਦੇ ਹੋ। ਹਾਲੇਲੂਇਆ। 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 ਸੋ ਨਵੇਂ ਸਿਰੇ ਤੋਂ ਜਨਮ ਹੁੰਦਾ ਹੈ। ਪਵਿੱਤਰ ਆਤਮਾ ਜਿਹੜਾ ਪਵਿੱਤਰ ਆਤਮਾ ਦੇ ਵੱਲੋਂ ਸਾਡੇ ਜੀਵਨ 'ਚ ਕੰਮ ਹੁੰਦਾ। ਪਵਿੱਤਰ ਆਤਮਾ ਪਰਮੇਸ਼ਰ ਵੱਲੋਂ ਸਾਡੇ ਜੀਵਨ 'ਚ ਜਿਹੜਾ ਕੰਮ ਹੁੰਦਾ ਆ ਜਦੋਂ ਇੱਕ ਇਨਸਾਨ ਮੁੜਦਾ ਹੈ ਪਰਮੇਸ਼ਰ ਦੇ ਵੱਲ ਤੇ ਉਹਦੇ 'ਚ ਕੀ ਹੁੰਦਾ ਆ ਕਿ ਪਵਿੱਤਰ ਆਤਮਾ ਵੱਲੋਂ ਜਿਹੜਾ ਪਹਿਲਾ ਸਭ ਤੋਂ ਕੰਮ ਹੁੰਦਾ ਨਵੇਂ ਸਿਰਿਓਂ ਜਨਮ ਹੁੰਦਾ। ਹਾਲੇਲੂਇਆ। ਹਾਲੇਲੂਇਆ। ਕਿਉਂਕਿ ਸੰਸਾਰ ਵਿੱਚ ਰਹਿੰਦੇ ਹੋਏ ਸਾਨੂੰ ਇਹ ਅਨੁਭਵ ਦੇ ਵਿੱਚ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਨਵੇਂ ਸਿਰਿਓਂ ਸਾਡੇ ਅੰਦਰ ਕੀ ਹੋ ਜਾਂਦਾ ਇੱਕ ਜਨਮ ਹੁੰਦਾ। ਸਾਡੇ ਅੰਦਰ ਨਵੇਂ ਸਿਰਿਓਂ ਜਨਮ ਹੋਣ ਦੇ ਲਈ ਮਦਦ ਕੌਣ ਕਰਦਾ ਆ? ਪਵਿੱਤਰ ਆਤਮਾ। ਹਾਲੇਲੂਇਆ। ਹਾਲੇਲੂਇਆ। ਔਰ ਪਵਿੱਤਰ ਆਤਮਾ ਜਦੋਂ ਨਵੇਂ ਸਿਰੋਂ ਸਾਡੇ ਵਿੱਚ ਜਨਮ ਹੋਣ ਦੇ ਲਈ ਮਦਦ ਕਰਦਾ ਤੇ ਉਹਦੇ ਵਿੱਚ ਇਹ ਘਟਨਾ ਕੀ ਹੁੰਦੀ ਆ ਕਿ ਪਹਿਲੀ ਗੱਲ ਨਵਾਂ ਜਨਮ ਹੁੰਦਾ, ਫਿਰ ਪਰਿਵਰਤਨ ਹੁੰਦਾ, ਫਿਰ ਧਰਮੀ ਠਹਿਰਾਏ ਜਾਂਦੇ। ਨਵਾਂ ਜਨਮ ਮਤਲਬ ਪ੍ਰਮਾਤਮਾ ਨੇ ਸਾਡੀਆਂ ਅੱਖਾਂ ਨੂੰ ਖੋਲ ਦਿੱਤਾ, ਹਾਲੇਲੂਇਆ। ਸਾਨੂੰ ਆਪਣੀ ਹਾਲਤ ਪਤਾ ਲੱਗ ਗਈ। ਪਰਿਵਰਤਨ ਵੇਲੇ ਪਰਮੇਸ਼ਰ ਨੇ ਸਾਡੇ ਤੇ ਛੱਡ ਦਿੱਤਾ ਆ ਤਬਦੀਲੀ ਜਿਹੜੀ ਹੋਣੀ ਆ ਉਹ ਸਾਡੇ ਤੇ ਛੱਡਤਾ ਕਿ ਮੈਂ ਇੱਥੇ ਰਹਿਣਾ ਚਾਹੁੰਦਾ ਆ ਕਿ ਨਹੀਂ। ਜੇ ਮੈਂ ਕਹੂੰਗਾ ਮੈਂ ਨਿਕਲਣਾ ਚਾਹੁੰਦਾ ਪਰਮੇਸ਼ਰ ਨੇ ਚੈੱਕ ਕਰਨਾ ਜਦੋਂ ਇਹ ਨਿਕਲਣ ਲਈ ਕਹਿ ਰਿਹਾ ਆ ਕਿ ਆਪਣੀ ਬਿਮਾਰੀ ਦੂਰ ਕਰਾਉਣ ਲਈ ਨਿਕਲਣਾ ਚਾਹੁੰਦਾ, ਘਰ ਦਾ ਕਾਰੋਬਾਰ ਠੀਕ ਕਰਾਉਣ ਲਈ ਨਿਕਲਣਾ ਚਾਹੁੰਦਾ, ਵੀਜ਼ਾ ਲਵਾਉਣ ਲਈ ਨਿਕਲਣਾ ਚਾਹੁੰਦਾ ਜਾਂ ਕੋਈ ਮਸਲਾ ਹੱਲ ਕਰਾਉਣ ਲਈ ਨਿਕਲਣਾ ਚਾਹੁੰਦਾ, ਪਰਮੇਸ਼ਰ ਉਹਨੂੰ ਕੱਢ ਦਿੰਦਾ ਚਾਹੇ ਉਹ ਜਿਹੜੇ ਮਰਜ਼ੀ ਹਿਸਾਬ ਨਾਲ ਹੋਵੇ। ਪਰ ਉਹਦੇ ਵਿੱਚ ਵੀ ਜਿਹੜਾ ਜੜ ਫੜਦਾ ਨਹੀਂ ਬੀਜ। ਹਾਲੇਲੂਇਆ। ਅੱਜ ਬਹੁਤੀਆਂ ਕਲੀਸਿਆਵਾਂ ਦੇ ਵਿੱਚ ਇਦਾਂ ਹੀ ਆਏ ਹੋਏ ਆ। ਉਹਨਾਂ ਉਹ ਕੋਈ ਮਸਲਾ ਲੈ ਕੇ ਚੱਲ ਗਏ ਪ੍ਰਭੂ ਦੇ ਵਿੱਚ। ਕਿੱਦਾਂ ਚੱਲ ਗਏ ਉਹ? ਮਸਲਾ ਲੈ ਕੇ। ਕਈਆਂ ਨੇ ਪਾਦਰੀਆਂ ਨੇ ਸ਼ਰਤ ਰੱਖਤੀ ਮੇਰੀ ਮਾਂ ਠੀਕ ਹੋ ਗਈ ਨਾ ਅਸੀਂ ਸਾਰਾ ਟੱਬਰ ਕੀ ਕਰ ਲਵਾਂਗੇ? ਤੌਬਾ ਕਰ ਲਵਾਂਗੇ, ਸਾਰੇ ਅਸੀਂ ਚਰਚ 'ਚ ਆਇਆ ਕਰਾਂਗੇ। ਹਾਲੇਲੂਇਆ। ਮੇਰਾ ਵੀਜ਼ਾ ਲੱਗ ਗਿਆ ਸਾਰੇ ਚਰਚ 'ਚ ਆਇਆ ਕਰਾਂਗੇ। ਉਹ ਕੰਡੀਸ਼ਨਾਂ ਰੱਖ ਦਿੰਦੇ। ਸੋ ਇਸ ਕੰਡੀਸ਼ਨ ਵਿੱਚ ਕੀ ਆ? ਇਹਦੇ ਵਿੱਚ ਯਾਨੀ ਕਿ ਜਿਹੜਾ ਪਰਿਵਰਤਨ ਆ ਉਹ ਪੂਰਾ ਹੋਇਆ ਨਹੀਂ। ਜੈਸਾ ਖੁਦਾ ਚਾਹੁੰਦਾ ਸੀਗਾ ਤੌਬਾ ਜਾਂ ਤਬਦੀਲੀ ਉਹ ਹੋਈ ਨਹੀਂ। ਹਾਲੇਲੂਇਆ। ਤੇ ਉਹ ਨਾ ਹੋਣ ਦਾ ਕਰਕੇ ਅੱਗੇ ਫਿਰ ਜਿਹੜਾ ਆ ਉਹਦਾ ਅਗਲਾ ਸਿਸਟਮ ਜਿਹੜਾ ਉਹਦੇ ਵਿੱਚ ਥੋੜੀ ਰੜਕ ਰਹਿ ਜਾਂਦੀ। ਹਾਲੇਲੂਇਆ। ਹਾਲੇਲੂਇਆ। ਇਸ ਲਈ ਅਸੀਂ ਆਪਣੇ ਜੀਵਨ ਚੋਂ ਚੈੱਕ ਕਰਨਾ ਆ। ਜੇ ਅਸੀਂ ਜਦੋਂ ਵੀ ਅਸੀਂ ਸਾਡਾ ਮਨ ਕਰਦਾ ਆਪਣੇ ਪ੍ਰਭੂ ਨੂੰ ਗ੍ਰਹਿਣ ਕਰਨ ਦਾ ਤੇ ਸਾਡਾ ਮਨ ਅਸੀਂ ਕਿੱਦਾਂ ਪ੍ਰਭੂ ਦੇ ਅੱਗੇ ਸਾਬਤ ਕਰਨਾ ਹੈ? ਪ੍ਰਭੂ ਇਸ ਤਰੀਕੇ ਨਾਲ ਆ ਸਾਨੂੰ ਕੁਛ ਤੇਰੇ ਕੋਲ ਚਾਹੀਦਾ ਨਹੀਂ, ਸਾਨੂੰ ਇੰਨੇ ਬਹੁਤ ਸਾਨੂੰ ਇਨਸਾਨ ਰੂਪ ਦੇ ਵਿੱਚ ਤੂੰ ਜਨਮ ਦੇ ਦਿੱਤਾ ਹੈ। ਹਾਲੇਲੂਇਆ। ਹਾਲੇਲੂਇਆ। ਔਰ ਸਾਨੂੰ ਜੀਣ ਦਾ ਸਾਹ ਦਿੱਤਾ ਹੈ। ਠੀਕ ਹੈ। ਔਰ ਅਸੀਂ ਪਾਪੀ ਆ ਕਿ ਤੂੰ ਸਾਡੇ ਪਾਪ ਦੇ ਲਈ ਆਪਣਾ ਬਲੀਦਾਨ ਦੇ ਦਿੱਤਾ ਹੈ। ਔਰ ਅਸੀਂ ਮੰਨਦੇ ਹਾਂ ਉਸ ਬਲੀਦਾਨ ਨੂੰ ਮੇਰੇ ਲਈ ਹੋਇਆ ਹੈ ਤੇ ਪਰਮੇਸ਼ਰ ਕਿਰਪਾ ਕਰਦਾ ਹੈ। ਹਾਲੇਲੂਇਆ। ਔਰ ਜਿਹੜਾ ਧਰਮੀ ਠਹਿਰਾਇਆ ਜਾਣਾ ਕੀ ਆ ਕਿ ਅਸੀਂ ਸਾਨੂੰ ਕਿਹੜੀ ਥਾਂ ਮਿਲ ਜਾਂਦੀ ਹੈ? ਪ੍ਰਭੂ ਯਿਸੂ ਮਸੀਹ ਵਾਲੀ ਥਾਂ ਮਿਲ ਜਾਂਦੀ ਹੈ। ਹਾਲੇਲੂਇਆ। ਯਿਸੂ ਮਸੀਹ ਦੀ ਥਾਂ ਮਿਲ ਗਈ ਮਤਲਬ ਕਿ ਫਿਰ ਅਸੀਂ ਰੂਪ ਤੇ ਵੀ ਕਿਹਦੇ ਬਣਾਂਗੇ? ਪ੍ਰਭੂ ਯਿਸੂ ਮਸੀਹ ਦੇ। ਹਾਲੇਲੂਇਆ। ਹਾਲੇਲੂਇਆ। ਸੋ ਜਿਸ ਸੰਚੇ ਵਿੱਚ ਪਾ ਦਿੱਤਾ ਜਾਂਦਾ ਨਾ ਤੇ ਰੂਪ ਕਿਹਦਾ ਨਿਕਲਣਾ ਹੈ? ਉਹ ਸਾਂਝੇ ਦਾ ਉਸੇ ਸੰਚੇ ਦਾ ਨਿਕਲਣਾ। ਇੱਟ 'ਚ ਜਿਹੜਾ ਮਾਰਕਾ ਲੱਗਾ ਹੁੰਦਾ ਨਾ ਜਦੋਂ ਪਾਉਂਦੇ ਆ ਤੇ ਪਲਟਦੇ ਆ ਤੇ ਉਹੀ ਮਾਰਕਾ ਨਿਕਲਦਾ। ਹਾਲੇਲੂਇਆ। ਉਹੀ ਰੂਪ ਨਿਕਲਦਾ। ਸੋ ਅਸੀਂ ਜਦੋਂ ਮਸੀਹ ਦੇ ਥਾਂ ਤੇ ਰੱਖੇ ਗਏ ਆ ਉਹਦੇ ਸਾਂਚੇ ਵਿੱਚ ਸਿੱਟ ਦਿੱਤੇ ਗਏ ਆ ਕਿ ਸਾਡੇ ਵਿੱਚ ਰੂਪ ਵੀ ਕਿਹਦਾ ਬਣਨਾ ਹੈ ਬਾਅਦ 'ਚ? ਮਸੀਹ ਦਾ। ਆ ਜਿਹੜਾ ਆਪਾਂ ਸੰਗਤ ਕਰਦੇ ਆ ਇਹਦਾ ਮਤਲਬ ਆ ਪਰਮੇਸ਼ਰ ਚਾਹੁੰਦਾ ਕਿ ਸਾਡੇ ਵਿੱਚ ਕੀ ਬਣ ਜਾਵੇ? ਮਸੀਹ ਦਾ ਰੂਪ ਬਣ ਜਾਵੇ। ਹਾਲੇਲੂਇਆ। ਜਿਹਦਾ ਮਾਂ ਦੀ ਕੁੱਖ 'ਚ ਪਹਿਲਾਂ ਇੱਕ ਬੀਜ ਜਾਂਦਾ ਹੈ 9 ਮਹੀਨੇ ਜਾ ਕੇ ਰੂਪ ਬਣਨ ਨੂੰ ਲੱਗਦਾ। ਹਾਲੇਲੂਇਆ। ਹਾਲੇਲੂਇਆ। ਇਸੇ ਤਰੀਕੇ ਨਾਲ ਸਾਡੇ ਅੰਦਰ ਇੱਕ ਬੀਜ ਪ੍ਰਮਾਤਮਾ ਦੀ ਵਚਨ ਦਾ ਆਇਆ। ਸੋ ਇਹਨੂੰ ਵੀ ਕਲੀਸਿਆ ਰੂਪੀ ਇੱਕ ਕੁੱਖ ਦੇ ਵਿੱਚ ਰੱਖਿਆ ਜਾਂਦਾ। ਜਿੱਦਾਂ ਮਾਂ ਦੀ ਕੁੱਖ ਦੇ ਵਿੱਚ ਇੱਕ ਬੀਜ ਜਾਂਦਾ ਇਸੇ ਤਰੀਕਾ ਕਲੀਸਿਆ ਦੇ ਵਿੱਚ ਰੱਖ ਕੇ ਖੁਦਾ ਸਾਡੀ ਆਤਮਾ ਵਿੱਚ ਆਪਣੇ ਵਚਨ ਦਾ ਬੀਜ ਭੇਜਦਾ ਤੇ ਉਸ ਕੁੱਖ ਦੇ ਵਿੱਚ ਸਾਨੂੰ ਕੀ ਕਰਦਾ ਹੈ? ਇਹ ਕਲੀਸਿਆ ਰੂਪੀ ਕੁੱਖ ਦੇ ਵਿੱਚ ਸਾਨੂੰ ਕੀ ਕਰਦਾ ਹੈ? ਤਿਆਰ ਕਰਦਾ। ਸਾਡੇ ਵਿੱਚ ਰੂਪ ਯਿਸੂ ਦਾ ਬਣ ਜਾਂਦਾ।
ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਬਹੁਤੇ ਗਿਰ ਗਿਆ ਕਹਿ ਦਿੰਦੇ ਨਾ, ਬੱਚਾ ਗਿਰ ਗਿਆ, ਤੀਜੇ ਮਹੀਨੇ ਦੂਜੇ ਮਹੀਨੇ ਦਾ ਕੁਛ ਕਰਕੇ ਗਿਰ ਗਿਆ। ਉਹਦੇ ਚ ਕੀ ਹੋ ਗਿਆ? ਜਾਂ ਮਾਂ ਦੀ ਕੁੱਖ ਕਮਜ਼ੋਰ ਸੀ, ਜਾਂ ਉਹਨੇ ਜਿਹੜੇ ਪਰਹੇਜ਼ ਕਹਿ ਗਏ ਸੀ ਉਹਨੇ ਉਹ ਕੀਤੇ, ਜਾਂ ਕੋਈ ਰੋਗ ਉਹਦੇ ਚ ਪਾਇਆ ਗਿਆ, ਉਹਦਾ ਕਰਕੇ ਉਹ ਬੱਚਾ ਉਹਦੇ ਅੰਦਰ ਠਹਿਰ ਨਹੀਂ ਸਕਿਆ। ਇਸੇ ਤਰੀਕੇ ਨਾਲ ਸਾਡੀ ਵੀ ਅਸੀਂ ਕਲੀਸਿਆ ਵਿੱਚ ਕੋਈ ਠਹਿਰ ਨਹੀਂ ਸਕਦਾ ਜਿੰਨੀ ਦੇਰ ਤੱਕ ਉਹ ਆਤਮਾ ਵਿੱਚ ਬਲ ਪਾਉਂਦਾ ਨਹੀਂ। ਹਾਲੇਲੂਇਆ। ਸੋ ਕਲੀਸਿਆ ਇਕੱਲੇ ਚਮਤਕਾਰ ਕਰਾਉਣ ਵਾਲੀ ਜਗ੍ਹਾ ਨਹੀਂ ਹੈ ਨਾ, ਬਿਮਾਰੀਆਂ ਚੰਗਾ ਕਰਾਉਣ ਵਾਲੀ ਜਗ੍ਹਾ ਨਹੀਂ, ਜਾਂ ਆਪਣੀਆਂ ਆਸ਼ੀਸ਼ਾਂ ਲੈਣ ਵਾਲੀ ਜਗ੍ਹਾ ਨਹੀਂ। ਕਲੀਸਿਆ ਘੜ ਹੋਣ ਵਾਲੀ ਜਗ੍ਹਾ ਆ, ਜਿਹਦੇ ਚ ਸਾਡਾ ਢਾਂਚਾ ਜਿਹੜਾ ਵਿਗੜਿਆ ਹੋਇਆ ਇਹਨੂੰ ਘੜ ਕੇ ਸੈੱਟ ਕਰਕੇ ਇਹਦੇ ਚ ਕਿਹੜਾ ਰੂਪ ਬਣਾਉਣਾ ਆ? ਯਿਸੂ ਮਸੀਹ ਦਾ। ਕਿਉਂਕਿ ਜਿੱਦਾਂ ਹੀ ਆਦਮ ਨੇ ਪਾਪ ਕੀਤਾ ਤੇ ਢਾਂਚਾ ਕੀ ਹੋ ਗਿਆ ਸੀ? ਵਿਗੜ ਗਿਆ। ਇਹਨੂੰ ਸੈੱਟ ਕਰਨਾ ਹੈ ਹੈਨਾ। ਜੋ ਹੱਡੀਆਂ ਵਾਲੇ, ਜੋ ਕਿਸੇ ਦਾ ਕੋਈ ਮੋਢਾ ਉੱਤਰ ਜਾਂਦਾ ਤੇ ਸੈੱਟ ਕਰਦੇ ਤੇ ਕਿੱਦਾਂ ਕਰਦੇ? ਫਿਰ ਮੋਢਾ ਉੱਤਰਦਾ ਨਾ, ਮੋਢਾ ਉੱਤਰ ਗਿਆ ਤੇ ਸਮਝ ਲਓ ਉਹਦਾ ਢਾਂਚਾ ਕੀ ਹੋ ਗਿਆ? ਵਿਗੜ ਗਿਆ ਹੈਨਾ। ਸਾਡਾ ਮੋਢੇ ਥੋੜੀ ਉਤਰੇ ਆ ਰੂਹਾਨੀ ਤੌਰ ਤੇ, ਨਹੀਂ ਤਾਂ ਸਾਰੇ ਇਦਾਂ ਦੇ ਵਿੰਗੇ ਬੋਲੇ ਹੋ ਚੁੱਕੇ ਆ। ਹਰ ਥਾਂ ਤੋਂ ਫੜ ਕੇ ਪਟਾਕੇ ਮਾਰ ਕੇ ਉਹਨਾਂ ਸੈੱਟ ਕਰਕੇ ਪਲਸਟਰ ਕਰਕੇ ਉਹਨਾਂ ਨੂੰ ਥੋੜਾ ਟਾਈਮ ਦੇ ਕੇ ਹਰ ਅੰਗ ਨੂੰ ਕੀ ਕਰਨਾ ਹੈ? ਸੈੱਟ ਕਰਨਾ। ਹਾਲੇਲੂਇਆ। ਸਾਡੇ ਮੋਢੇ ਤੇ ਨਹੀਂ ਅਸਰ ਹੋਇਆ, ਸਾਡੀਆਂ ਅੱਖਾਂ 'ਚ ਵੀ ਅਸਰ ਹੋਇਆ, ਪਾਪ ਆਇਆ, ਜ਼ੁਬਾਨ 'ਚ ਵੀ ਪਾਪ ਆਇਆ, ਕੰਨਾਂ 'ਚ ਵੀ ਪਾਪ ਆਇਆ, ਸੋਚ 'ਚ ਵੀ ਪਾਪ ਆਇਆ, ਚਾਲ ਚੱਲਣ 'ਚ ਪਾਪ ਆਇਆ, ਹੱਥਾਂ ਪੈਰਾਂ 'ਚ ਪਾਪ ਆ ਗਿਆ। ਔਰ ਪਾਪ ਦੀ ਐਸੀ ਸੱਟ ਵੱਜੀ ਕਿ ਅਸੀਂ ਸਾਰੇ ਡਾਵਾਂ ਡੋਲ ਹੋ ਗਏ। ਔਰ ਜਿੱਦਾਂ ਯਿਸੂ ਮਸੀਹ ਵਚਨ 'ਚ ਲਿਖਿਆ, ਜਦੋਂ ਸਲੀਬ ਤੇ ਚੜਾਇਆ ਗਿਆ ਪਛਾਣਿਆ ਜਾਂਦਾ, ਉਹਦਾ ਰੂਪ ਵਿਗੜ ਗਿਆ ਸੀ। ਕਿਹਦੇ ਕਾਰਨ? ਪਾਪ ਦੇ ਕਾਰਨ ਹੈ ਨਾ, ਸਾਡੀ ਪਾਪ। ਸਾਡਾ ਪਾਪ ਜਦੋਂ ਉੱਤੇ ਵੱਜਾ ਨਾ, ਇਦਾਂ ਦਾ ਸੀ। ਹਾਲੇਲੂਇਆ। ਇਸ ਲਈ ਸਾਨੂੰ ਸਾਡਾ ਰੂਪ ਸੈੱਟ ਕਰਨ ਲਈ, ਸਾਡਾ ਢਾਂਚਾ ਸੈੱਟ ਕਰਨ ਲਈ ਹੁਣ ਇਸ ਸਿਸਟਮ ਨੂੰ ਸੈੱਟ ਕਰਨਾ ਹੈ ਤੇ ਸੱਟਾਂ ਤਾਂ ਬਚਣੀਆਂ ਹੈ। ਹਾਲੇਲੂਇਆ ਹਾਲੇਲੂਇਆ। ਅਬਰਾਹਮ ਨੇ ਪੁੱਤਰ ਨੂੰ ਅਵਿਨਾਸ਼ੀ ਬਣਾਉਣਾ ਆ, ਜਾਂ ਪੁੱਤਰ ਚੋਂ ਮਸੀਹ ਆਉਣਾ ਆ ਅਬਰਾਹਮ ਦੇ ਪੁੱਤਰ ਚੋਂ, ਤੇ ਅਬਰਾਹਮ ਨੂੰ ਪੁੱਤਰ ਨੂੰ ਕਿੱਥੇ ਰੱਖਣਾ ਪੈਣਾ ਆ? ਬਲੀ ਦੀ ਬੇਦੀ ਤੇ। ਦਿਲ ਦੇ ਟੁਕੜੇ ਨੂੰ ਕਿੱਥੇ ਰੱਖਣਾ ਪੈਣਾ? ਵੀ ਆਪਣੀ ਸਭ ਤੋਂ ਪਿਆਰੀ ਚੀਜ਼ ਨੂੰ ਕਿੱਥੇ ਰੱਖਣਾ ਪੈਣਾ ਹੈ? ਤੇ ਜੇ ਸਭ ਤੋਂ ਪਿਆਰੀ ਚੀਜ਼ ਮੰਗੀ ਜਾਂਦੀ, ਦੁੱਖ ਤਾਂ ਉਹਦੇ ਜ਼ਿਆਦਾ ਹੁੰਦਾ ਹੈ। ਕੀ ਖਿਆਲ ਤੁਹਾਡਾ? ਪਰਮਾਤਮਾ ਨੇ ਮੰਗ ਲਈ, ਉਹਨੇ ਦਿੱਤੀ। ਉਹਨੇ ਦੇਤੀ, ਪਰਮਾਤਮਾ ਨੇ ਲਈ ਨਹੀਂ। ਕਹਿੰਦੇ ਨਾ ਤੇਰੇ ਵਾਲਾ ਨਹੀਂ, ਮੈਂ ਆਪਣੇ ਵਾਲਾ ਹੁਣ ਦਊਂਗਾ। ਤੈਨੂੰ ਤਾਂ ਸਿਰਫ ਮੈਂ ਚੈੱਕ ਕੀਤਾ ਸੀਗਾ ਕਿ ਤੇਰਾ ਕਿੱਦਾਂ ਦੀ ਮੇਰੇ ਨਾਲ ਮੁਹੱਬਤ ਹੈ, ਤੇਰਾ ਕਿੱਦਾਂ ਦਾ ਮੇਰੇ ਨਾਲ ਪਿਆਰ ਹੈ। ਹਾਲੇਲੂਇਆ। ਸੋ ਇਸ ਲਈ ਸਾਡਾ ਢਾਂਚਾ ਜਿਹੜਾ ਨਾ, ਹਰ ਥਾਂ ਤੇ ਤਕਲੀਫ ਦਾ ਕੰਮ, ਆਪਣੇ ਚੋਂ ਜਿਹੜੇ ਸਰੀਰ ਦੇ ਕੰਮ ਜਾਣੇ ਨਾ, ਵਿਗੜਿਆ ਹੋਇਆ ਸੁਭਾਅ ਸੈੱਟ ਹੋਣਾ ਆ, ਤੋ ਹਰ ਥਾਂ ਤੇ ਤਕਲੀਫ ਦਾ ਕੰਮ ਆ, ਹਨਾ। ਹਰ ਅੰਗ ਨੂੰ ਜਦੋਂ ਸੈੱਟ ਕਰਨਾ ਹੈ, ਤਕਲੀਫ ਦਾ ਕੰਮ ਹੈ। ਜੇ ਕੋਈ ਬਿਨਾਂ ਤਕਲੀਫ ਦੇ ਹੋ ਜਾਏ ਤੇ ਹੁਣ ਜਦੋਂ ਅਸੀਂ ਵਚਨ ਸੁਣਨ, ਕਈਆਂ ਨੂੰ ਕੋੜਾ ਲੱਗਦਾ, ਕਈ ਤਾਂ ਮੂੰਹ ਹੋਰ ਤਰ੍ਹਾਂ ਕਰਦੇ, ਕਈ ਤਾਂ ਭਿਉਣਾ ਬੰਦ ਹੋ ਜਾਂਦੇ। ਕਾਰਨ ਕੀ ਆ? ਉਹ ਤਕਲੀਫ ਨੂੰ ਸਹਿਣਾ ਚਾਹੁੰਦੇ, ਸਹਿਣਾ ਨਹੀਂ ਚਾਹੁੰਦੇ। ਹਾਲੇਲੂਇਆ। ਸੋ ਸਾਡੇ ਲਈ ਤਕਲੀਫ ਜਿਹੜੀ ਆ, ਉਹ ਤਕਲੀਫ ਦੇ ਵਿੱਚ ਵੀ ਕੀ ਆ? ਆਸ਼ੀਸ਼। ਤਾਂ ਕਿਤੇ ਚੰਗਾ ਹੋਇਆ ਮੈਂ ਦੁੱਖ ਭੋਗਿਆ, ਤੇਰੀਆਂ ਵਿਧੀਆਂ ਨੂੰ ਮੈਂ ਕੀ ਕਰ ਲਿਆ? ਸਿੱਖ ਲਿਆ। ਹਾਲੇਲੂਇਆ। ਹਾਲੇਲੂਇਆ। ਸੋ ਸਾਨੂੰ ਸਾਡੇ ਪ੍ਰਭੂ ਦੀ ਸੰਗਤ ਵਿੱਚ ਰਹਿ ਕੇ ਸਾਡੇ 'ਚ ਦੁੱਖ ਵੀ ਆ ਜਾਵੇ, ਉਹ ਵੀ ਸਾਡੇ ਲਈ ਬਰਕਤ ਦਾ ਕਾਰਨ ਹੈ। ਹਾਲੇਲੂਇਆ। ਠੀਕ ਹੈ। ਹਾਲੇਲੂਇਆ। ਹੋ ਸਕਦਾ ਪਹਿਲਾਂ ਸਾਡੇ ਕੋਲ ਬਰਕਤ ਹੋਵੇ, ਉਹ ਟਿਕਾਊ ਨਾ ਹੋਵੇ, ਪਰ ਪ੍ਰਭੂ ਜਦੋਂ ਦੁੱਖ ਦੇ ਕੇ ਉਹਦੇ ਵਿੱਚ ਜਦੋਂ ਬਰਕਤ ਦਿੰਦਾ, ਇੱਕ ਤਾਂ ਟਿਕਾਊ ਬਰਕਤ ਦਿੰਦਾ ਹੈ, ਫਿਰ ਉਹਦੇ ਨਾਲ ਸੋਗ ਜਾਂ ਡਰ ਜਾਂ ਭੈ ਰਹਿੰਦਾ ਨਹੀਂ ਵੀ ਮੇਰੇ ਤੋਂ ਚੱਲੀ ਨਾ ਜਾਵੇ। ਹਾਲੇਲੂਇਆ। ਇਸ ਲਈ ਪਵਿੱਤਰ ਆਤਮਾ ਜਦੋਂ ਕਰਦਾ ਕੰਮ, ਤੇ ਸਭ ਤੋਂ ਪਹਿਲਾਂ ਕੀ ਕਰਦਾ ਹੈ? ਨਵੇਂ ਸਿਰੇ ਤੋਂ ਜਨਮ ਦਿੰਦਾ। ਹਾਲੇਲੂਇਆ। ਇਹ ਜਿਹੜਾ ਨਵੇਂ ਸਿਰੇ ਤੋਂ ਜਨਮ ਚੇਤਾ ਰੱਖਿਓ, ਬਾਅਦ ਤੁਸੀਂ ਮੈਨੂੰ ਵੀ ਚੇਤਾ ਕਰਾ ਦੇ। ਇਸ ਵਿਸ਼ੇ ਨੂੰ ਕੱਲੇ ਇਸ ਪੁਆਇੰਟ ਨੂੰ ਆਪਾਂ ਇਹ ਵਿਸ਼ਾ ਪੂਰਾ ਖਤਮ ਕਰਕੇ ਇਹਨੂੰ ਥੋੜਾ ਜਿਹਾ ਹੋਰ ਚੰਗੀ ਤਰ੍ਹਾਂ ਖੋਲ ਕੇ ਐਕਸਟਰਾ ਤੁਹਾਨੂੰ ਦੇ ਦਿੱਤਾ ਜਾਊਗਾ, ਕਿਉਂਕਿ ਇੱਥੇ ਲੋੜ ਆ ਤੁਹਾਨੂੰ ਇਸ ਚੀਜ਼ ਨੂੰ ਸਾਰੀ ਸਮਝਣ ਦੀ। ਹਾਲੇਲੂਇਆ। ਦੂਸਰਾ ਫਿਰ ਕੀ ਕਰਦਾ ਪਵਿੱਤਰ ਆਤਮਾ? ਪਵਿੱਤਰ ਆਤਮਾ ਤੋਂ ਭਾਵ ਕੀ ਆ? ਪਵਿੱਤਰ ਆਤਮਾ ਕੀ ਆ? ਪਰਮੇਸ਼ਰ ਦਾ ਆਤਮਾ। ਹਾਂ, ਪਵਿੱਤਰ ਆਤਮਾ ਪਰਮੇਸ਼ਰ ਦਾ ਆਤਮਾ, ਯਾਨੀ ਕਿ ਪਵਿੱਤਰ ਆਤਮਾ ਪਰਮੇਸ਼ਰ ਪਵਿੱਤਰ ਆਤਮਾ ਹੈ ਨਾ। ਇਹ ਜਿਹੜਾ ਇਹ ਆਉਂਦਾ ਆ, ਆਤਮਾ ਜਿਹੜਾ ਆਉਂਦਾ ਆ, ਪਿਤਾ ਤੇ ਪੁੱਤਰ ਦੇ ਵਿੱਚੋਂ ਦੀ ਆਉਂਦਾ। ਹਾਲੇਲੂਇਆ। ਹਾਲੇਲੂਇਆ। ਇਸ ਲਈ ਯਿਸੂ ਮਸੀਹ ਕਹਿੰਦਾ, ਮੈਂ ਜਾਂਦਾ ਆ ਤੇ ਤੁਹਾਡੇ ਲਈ ਕੀ ਕਰੂੰਗਾ? ਸਹਾਇਕ ਭੇਜ ਦੂੰਗਾ। ਹਾਲੇਲੂਇਆ। ਇੱਕ ਨੇ ਤੋਂ ਹਟਣਾ ਆ ਤੇ ਦੂਸਰੇ ਨੇ ਪੇਸ਼ ਹੋ ਜਾਣਾ। ਸਾਨੂੰ ਉਹਨੇ ਅਨਾਥ ਕਦੀ ਛੱਡਿਆ ਨਹੀਂ। ਇੱਕ ਟਾਈਮ ਤੇ ਪਿਤਾ ਸੀ,
ਇੱਕ ਫਿਰ ਪੁੱਤਰ ਆ ਗਿਆ, ਹੁਣ ਇਸ ਟਾਈਮ ਕੀ ਆ? ਪਵਿੱਤਰ ਆਤਮਾ। ਹਾਲੇਲੂਇਆ। ਸੋ ਉਹਨੇ ਸਾਨੂੰ ਛੱਡਿਆ ਹੋਇਆ ਨਹੀਂ, ਉਹ ਸਾਡੇ ਨਾਲ ਪਿਆਰ ਕਰਦਾ ਆ। ਤੇ ਜਿਹੜਾ ਵੀ ਅੱਗੇ ਹੁੰਦਾ, ਪਿਛਲੇ ਵੀ ਉਹ ਨਹੀਂ ਕਿਤੇ ਹੋਰ ਕਿਤੇ ਬੈਠੇ ਹੁੰਦੇ ਜਾਂ ਆਰਾਮ ਕਰ ਰਹੇ ਹੁੰਦੇ, ਉਹ ਵੀ ਕਹਿੰਦੇ ਆ ਕੰਮ ਤੇ ਹੁੰਦੇ ਆ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਸਮਝ ਆ ਰਹੀ ਗੱਲਾਂ? ਹਾਂਜੀ। ਹਾਂ, ਦੂਸਰੀ ਗੱਲ ਪਵਿੱਤਰ ਆਤਮਾ ਨਾ, ਤੀਸਰੀ ਦੂਸਰੀ ਸਮਝ ਕੇ ਚੱਲਾਂਗੇ। ਤੀਸਰੀ ਤੇ ਇਹਨਾਂ ਦੇ ਸਮਝ ਲਗੇ ਸ਼ਾਇਦ ਤਾਂ ਤੁਹਾਡੇ ਕੋਈ ਪੁੱਛਣਾ ਤਾਂ ਕਿ ਤੁਹਾਡੇ ਚੰਗੀ ਤਰ੍ਹਾਂ ਪੈ ਜਾਵੇ। दूसरा क्या है? पवित्र आत्मा द्वारा की किया जाता है? अभिषेक। अभिषेक तो भाव की, अभिषेक शब्द तो भाव किया ਕਿਸੇ ਕੰਮ ਦਾ ਅਧਿਕਾਰ ਦੇਣਾ ਸਾਨੂੰ ਮੱਸਾ ਕਰਨਾ। जिम्मेदारी मिल रही, मैनू आ जिम्मेदारी सौंपी गई। वो एक मिसाल के तौर पर देखिए यीशु मसीह ने कहता पवित्र आत्मा परमेश्वर का आत्मा मेरे उत्ते आ, उन्हें मैनू की किया? अभिषेक किया है ना, ताकि मैं बीमारां नू चंगा करा, गरीबां नू सुसमाचार सुनावां, गुलामां नू आजाद करा और प्रभु के मंजूरी के दिन का प्रचार करा। ये सारा थापिया गया ते साडे ते पवित्र आत्मा हैगा आ, पर कोई जिम्मेदारी अपन नू एहसास हैगा? किसी को कोई जिम्मेदारी का एहसास नहीं। क्यों नहींगा? क्योंकि आत्मा का अभिषेक, आत्मा पा लिया पर आत्मा का अभिषेक पाया नहीं। हालेलुया हालेलुया। क्योंकि आत्मा का अभिषेक तो आत्मा च गवाही दे विच अगे वध के ही मिलना ना। जिन्ना असी परमेश्वर के वचन नू मनन करांगे, वचन ते ध्यान करांगे, वचन की आग्ञा नू मनांगे, उन्ना ही मसा साडे ते ठहरना। हालेलुया। सो मसा दे विच खूबी की आ, अभिषेक दे विच खूबी की आ कि वो बंधना नू की कर दिंदा आ? जूलियां नू तोड़ दिंदा, जूलियां नू तोड़ दिंदा। हालेलुया। ते जूलियां तो तां रहत कोई भी हैगा नहीं, कोई ना कोई जूला साडे ते हैगा ही हैगा। हालेलुया। कोई ना कोई बंधन दे विच आपां हैगे आ ते ये टुटना है ते ओहदे लई मसा है, ते मसा आया ते ओहदे लई प्रार्थना है। हालेलुया। हालेलुया। जे किसी ने मसा चाहिए तो काच रहना पैना? प्रार्थना। हाँ, पादरी को मैंने मसा दे दो, पादरी मसा दे सकूगा नहीं। हालेलुया हालेलुया। किसान काच रहना पैना है? प्रार्थना करना। पादरी को मसा मांगोगे थोड़ी देर तुम सिर सुट दोगा, डेग डूब दोगा, उसके नाल रल के थोड़ी देर धन्यवाद कर लोगे, थोड़े जोर च आ जाओगे, इन्ना क्यों होना? जे पवित्र आत्मा वाला मसा होगा तो की करूगा? जूड़े नू तोड़ूगा और तुहानू टिकाऊ भक्ति सिखाऊगा। हालेलुया। हालेलुया। टिकाऊ भक्ति। हालेलुया। कि साडा मन टिकाऊ भक्ति मतलब साडा मन टिक जाऊगा कि असी आ समर्पण लिया आया, हुण इहदे तो असी हिलना हुलना नहीं, यानी कि आ प्रभु ने करार कीता, इहदे तो असी भजना। हालेलुया। सो पवित्र आत्मा की करता है? अभिषेक करता साडा। पवित्र आत्मा द्वारा अभिषेक कीते जाने। और इहदे वास्ते कल आपां थोड़ा खोल के तुहानूं दसदा भी तुसीं जिन्हां नूं पवित्र आत्मा द्वारा मसा मिलिया आ, तुहानूं हुण लोड़ नहीं कि तुहानूं कोई सिखावे। ਉਹਦੇ ਤੋਂ ਭਾਵ ਕੀ ਆ? ਜਦੋਂ ਤੁਸੀਂ ਜੰਮੇ ਇੱਕ ਮਾਂ ਤੁਹਾਨੂੰ ਸੌਂਪੀ ਗਈ, ਉਹਦੇ ਦੁਆਰਾ ਪਵਿੱਤਰ ਆਤਮਾ ਨੇ ਉਹਨੂੰ ਮਾਂ ਨੂੰ ਪ੍ਰੇਰਨਾ ਕਰਕੇ ਉਹਦੇ ਵਿੱਚੋਂ ਦੀ ਤੁਹਾਨੂੰ ਕੀ ਦਿੱਤੀ? ਆਤਮਿਕ ਖੁਰਾਕ ਦਿੱਤੀ, ਜਿੱਦਾਂ ਮਾਂ ਇੱਕ ਦੁੱਧ ਦਿੰਦੀ ਆ। ਹਾਲੇਲੂਇਆ। ਮਾਂ ਦੁੱਧ ਤਾਂ ਹੀ ਦੇ ਸਕਦੀ ਆ ਜੇਕਰ ਉਹਨੂੰ ਗਾਂ ਅੱਗੇ ਖੁਰਾਕ ਮਿਲ ਸਕਦੀ ਹੈ। ਤੇ ਪਿਤਾ ਕੀ ਕਰਦਾ? ਮਾਂ ਨੂੰ ਖੁਰਾਕ ਰੋਣ ਨਹੀਂ ਦਿੰਦਾ ਹੈ ਤੇ ਮਾਂ ਅੱਗੇ ਉਹਨਾਂ ਨੂੰ ਪੀਣ ਲਈ ਦੁੱਧ ਦੇ ਦਿੰਦੀ ਹੈ। ਹਾਲੇਲੂਇਆ। ਤੇ ਹੁਣ ਸਿੱਖਿਆ ਜਿਹੜੀ ਆ ਮਾਂ ਦੇ ਕੋਲੋਂ ਮਿਲ ਗਈ ਆ, ਤੇ ਬੱਚੇ ਜਿਹੜਾ ਮਾਂ ਦੀ ਤਾਲੀਮ ਨੂੰ ਨਾ ਰੱਦ। ਹਾਲੇਲੂਇਆ। ਮਾਂ ਦੀ ਤਾਲੀਮ ਦੇ ਵਿੱਚ ਜਦੋਂ ਤੂੰ ਟਿਕ ਗਿਆ ਆ, ਹੁਣ ਤੈਨੂੰ ਕੋਈ ਇੱਧਰ ਉੱਧਰ ਮੂੰਹ ਮਾਰਨ ਦੀ ਲੋੜ ਨਹੀਂ। ਪਿਤਾ ਵਫਾਦਾਰ ਆ, ਉਹਨੇ ਇੱਕ ਮਾਂ ਤੈਨੂੰ ਦਿੱਤੀ ਆ ਜਿਹੜੀ ਤੇਰੀ ਦੇਖ ਰੇਖ ਕਰੂਗੀ, ਔਰ ਜਿਹੜੀ ਮਾਂ ਤੋਂ ਉਹਨੇ ਕੀ ਕਰਨਾ ਹੈ? ਹਿਸਾਬ ਵੀ ਲੈਣਾ ਹੈ। ਹਾਲੇਲੂਇਆ। ਉਹਨੇ ਜਦੋਂ ਉਸ ਮਾਂ ਤੋਂ ਹਿਸਾਬ ਲੈਣਾ ਤੇ ਤੁਹਾਨੂੰ ਉਸ ਮਾਂ ਦੇ ਨਾਲ ਸਾਨੂੰ ਕੀ ਕਰਨਾ ਪੈਣਾ ਆ? ਮੈਂ ਵਿੱਚ ਇਨਕਲੂਡ ਮੀ ਵੀ ਕਰ ਰਿਹਾ, ਮੈਨੂੰ ਵੀ ਸਾਨੂੰ ਵੀ ਜਿਹੜੀ ਮਾਂ ਦਿੱਤੀ ਹੈ ਅਸੀਂ ਕੀ ਕਰਨਾ ਆ? ਉਹਦੇ ਅਧੀਨ ਰਹਿਣਾ ਹੈ, ਉਹਦੀ ਆਗਿਆਕਾਰੀ ਕਰਨੀ ਹੈ। ਤੇ ਫਿਰ ਸਾਨੂੰ ਕਿਸੇ ਹੋਰ ਦੇ ਕੋਲੋਂ ਕੋਈ ਉਮੀਦ ਰੱਖਣ ਦੀ ਲੋੜ ਨਹੀਂ, ਫਲਾਨਾ ਆਵੇ ਫਲਾਨਾ ਆਵੇ ਫਲਾਨਾ ਆਵੇ। ਮਾਂ ਨੂੰ ਪਤਾ ਆ, ਮਾਂ ਦੇ ਮਨ ਵਿੱਚ ਹੀ ਪਰਮੇਸ਼ਰ ਪਾ ਦੂਗਾ ਕਿ ਇਹਨੂੰ ਹੁਣ ਕਦੋਂ ਕਿਹੜੇ ਪ੍ਰੇਰਿਤ ਦੁਆਰਾ, ਕਿਹੜੇ ਰਸੂਲ ਦੁਆਰਾ, ਕਿਹੜੇ ਨਬੀ ਦੁਆਰਾ, ਕਿਹੜੇ ਪ੍ਰਚਾਰਕ ਦੁਆਰਾ ਇਹਨੂੰ ਹੋਰ ਅੱਗੇ ਲੈ ਕੇ ਜਾਣਾ ਹੈ। ਹਾਲੇਲੂਇਆ। ਉਹ ਮਾਂ ਦੇ ਮਨ ਚ ਪਾਊਗਾ। ਮਾਂ ਫਿਰ ਟਾਈਮ ਤੇ ਉਹਨਾਂ ਨੂੰ ਕੀ ਕਰੂਗੀ? ਲੈ ਕੇ ਆਊਗੀ। ਹਾਲੇਲੂਇਆ ਹਾਲੇਲੂਇਆ। ਸੋ ਅੱਜ ਕਾਲੇ ਪੈ ਜਾਂਦੇ, ਮਾਂ ਨੂੰ ਪਤਾ ਨਹੀਂ ਚੇਤਾ ਭੁੱਲ ਗਿਆ, ਸਾਡਾ ਤਾਂ ਉਹ ਹਿੱਸਾ ਵੀ ਬਣਨ ਵਾਲਾ ਆ, ਸਾਡੀ ਮਾਂ ਕੋ ਬਣਦਾ ਨਹੀਂ।
ਪਰ ਤੁਸੀਂ ਜਿਹੜਾ ਬਣਾ ਰਹੇ ਆ ਉਹਦੇ ਚ ਵਫਾਦਾਰ, ਜਦੋਂ ਅਸੀਂ ਉਹਦੇ ਚ ਵਫਾਦਾਰ ਨਹੀਂ ਹੁੰਦੇ ਤੇ ਫਿਰ ਮਾਂ ਵੀ ਇਹ ਕਹਿੰਦੀ ਹਜੇ ਹੋਰ ਕਿਸੇ ਦੀ ਲੋੜ ਹੈ, ਲੋੜ ਨਹੀਂ। ਅਸੀਂ ਵੀ ਲੱਭਦੇ YouTube ਤੋਂ, ਅਸੀਂ ਲੱਭਦੇ Facebook ਤੋਂ, ਆਸੇ ਪਾਸੇ ਕੋ ਮਾਂ ਰੈਡੀਮੇਡ ਮਾਂ, ਹਾਲੇਲੂਇਆ, ਰੈਡੀਮੇਡ ਮਾਂ ਦੀ ਸੁਣ ਤਾਂ ਲੈਂਦੇ ਆ। ਇੱਧਰਲਾ ਕੰਮ ਅਜੇ ਪੂਰਾ ਨਹੀਂ ਹੋਇਆ, ਮੰਨ ਲਓ ਕੰਧਾਂ ਜੇ ਪੂਰੀਆਂ ਨਹੀਂ ਹੋਇਆ, ਛੱਤ ਪਾ ਦਿਓ, ਕੀ ਹੋਊਗਾ? ਉਹ ਜਿਹੜੀਆਂ ਆਸੇ ਪਾਸੇ ਦੀਆਂ ਮਾਵਾਂ ਆ ਉਹ ਇਦਾਂ ਛੱਤਾਂ ਪਾ ਜਾਂਦੇ, ਬਿਗੇ ਟੇਡੇ ਕੰਧਾਂ ਸਿੱਧੀਆਂ ਨਹੀਂ ਕੀਤੀਆਂ ਗਈਆਂ, ਕੰਧਾਂ ਪੂਰੀਆਂ ਨਹੀਂ ਹੋਈਆਂ ਤੇ ਲੈਂਟਰ ਪਾਤਾ, ਲੋਕ ਮਜ਼ਾਕ ਕਰਦੇ ਅਜੇ ਕੰਧ ਲੈਂਟਰ ਪੈਣ ਦਾ ਟਾਈਮ ਤਾਂ ਆਇਆ ਨਹੀਂ ਸੀਗਾ, ਇਹਨਾਂ ਨੇ ਡੋਰ ਲੈਵਲ ਤੇ ਕੀ ਪਾਤਾ। ਹੁਣ ਇਹ ਪੱਖੇ ਆਉਣਗੇ, ਪੱਖਾ ਹਵਾ ਨਹੀਂ ਦੇਣਗੇ, ਪੱਖੇ ਧੋਣਾ ਹੀ ਵੱਢਣਗੇ, ਕਿਉਂਕਿ ਕਿੱਥੇ ਪਿਆ ਗਿਆ ਲੈਂਟਰ, ਡੋਰ ਲੈਵਲ ਸਮਝੇ ਨਾ? ਹਾਂ, ਦਰਵਾਜ਼ੇ ਦੀ ਥਰੜੀ ਚ ਪੂਰਾ, ਇਹਨੂੰ ਕਹਿੰਦੇ ਡੋਰ ਲੈਵਲ। ਹਾਲੇਲੂਇਆ, ਇਹ ਤੋਂ ਪੱਖਾ ਟੰਗੋ, नहीं बैठे ਸਿਰ ਪਾੜੋ, ਹਾਲੇਲੂਇਆ। ਕਿਤੇ ਕਿਤੇ ਵਾਸੀ ਲਾਉਂਗੇ ਤਾਂ ਹੱਥ ਵੜ ਦੂ, ਕੁਛ ਨਾ ਕੁਛ ਤੇ ਪੰਗਾ ਪਿਆ ਹੀ ਰਹਿਣਾ, ਕੋਈ ਚੀਜ਼ ਚੱਕ ਕੇ ਚਲੋਗੇ ਉਹਦੇ ਵਿੱਚ ਵੱਜੂਗੀ। ਪੱਖੇ ਦਾ ਵੀ ਨੁਕਸਾਨ ਤੇ ਸਾਡਾ ਵੀ ਨੁਕਸਾਨ। ਹਾਲੇਲੂਇਆ। ਇਹ ਗੱਲਾਂ ਉਹਨਾਂ ਨੂੰ ਸਮਝਾਉਣੀਆਂ ਜਿਨ੍ਹਾਂ ਦੇ ਬੀਜ ਹੈਗਾ ਹੈ, ਇੱਕ ਗਿਆ ਹੋਇਆ ਬੀਜ, ਉਹਨਾਂ ਨੂੰ ਸਮਝਾਉਣੀਆਂ। ਬਾਕੀਆਂ ਸਾਰਿਆਂ ਨੇ ਨਾ ਮਜ਼ਾਕ ਉਡਾਉਣਾ, ਇਹਦਾ ਕੋਈ ਮਾਇਨੇ ਸਮਝਣਾ। ਹਾਲੇਲੂਇਆ। ਸੋ ਆ ਜਾਓ ਫਿਰ ਅਭਿਸ਼ੇਕ ਤੋਂ ਬਾਹਰ ਆ ਜਾਓ। ਅਭਿਸ਼ੇਕ ਦੀਆਂ ਚਾਰੇ ਲਾਈਨਾਂ ਆਪਾਂ ਪੜ੍ਹ ਲਈਆਂ ਸੀ, ਐਤਾਂ ਕਿੰਨੀ? ਤਿੰਨ ਪੜ੍ਹ ਲਈਆਂ ਸੀ। ਠੀਕ ਹੈ। ਸਾਰੀ ਸੱਚਾਈ ਦੇ ਵਿੱਚ ਕੀ ਕਰਦਾ ਹੈ? ਅਗਵਾਈ ਕਰਦਾ ਹੈ। ਜਦੋਂ ਮੱਸਾ ਆਉਂਦਾ ਪਵਿੱਤਰ ਆਤਮਾ ਦਾ ਅਭਿਸ਼ੇਕ ਦਿੰਦਾ, ਸਾਰੀ ਸੱਚਾਈ ਚ ਸਾਡੀ ਕੀ ਕਰਦਾ ਆ? ਅਗਵਾਈ ਕਰਦਾ। ਆ ਜਾਓ ਤੀਸਰੀ ਗੱਲ ਆ ਜਾਓ ਫਿਰ, ਪਵਿੱਤਰ ਆਤਮਾ ਦਾ ਮੰਦਰ ਬਣਦੇ ਹਾਂ। ਪਵਿੱਤਰ ਆਤਮਾ ਫਿਰ ਕੀ ਕਰ ਦਿੰਦਾ ਆ? ਸਾਨੂੰ ਕੀ ਬਣਾ ਦਿੰਦਾ ਆ? ਮੰਦਰ ਬਣਾ ਦਿੰਦਾ। ਪਹਿਲਾ ਕਰੰਥੀਆਂ 6 ਅਧਿਆਇ ਉਹਦੀ 19 ਆਇਤ। ਕੀ ਤੁਸੀਂ ਨਹੀਂ ਜਾਣਦੇ ਭਈ ਤੁਹਾਡੀ ਦੇਹ ਤੁਹਾਡੇ ਅੰਦਰ ਪਵਿੱਤਰ ਆਤਮਾ ਦੀ ਹੈਕਲ ਹੈ? ਇਹ ਕੁਐਸਚਨ ਮਾਰਕ ਹੈ ਜੀ, ਸਵਾਲ ਹੈ। ਕੀ ਤੁਸੀਂ ਨਹੀਂ ਜਾਣਦੇ? ਅੱਜ ਜਗਤ ਇਹ ਜਾਣਦਾ ਨਹੀਂ ਕਿ ਅਸੀਂ ਪਰਮੇਸ਼ਰ ਦਾ ਮੰਦਰ ਹੈ, ਕਿਉਂਕਿ ਜਗਤ ਇਹ ਜਾਣਦਾ ਹੁੰਦਾ ਕਿ ਉਹਨਾਂ ਨੂੰ ਮੰਦਰ ਬਣਾਉਣ ਦੀ ਲੋੜ ਪੈਂਦੀ। ਜਗਤ ਜਾਣਦਾ ਨਹੀਂ ਕਿ ਉਹ ਇਹੀ ਪਰਮੇਸ਼ਰ ਦਾ ਮੰਦਰ ਹੈ। ਉਹ ਮੰਦਰਾਂ ਵਿੱਚ ਰੱਬ ਨੂੰ ਕੀ ਕਰ ਰਹੇ ਆ? ਲੱਭ ਰਹੇ ਆ, ਗੁਰਦੁਆਰਿਆਂ ਵਿੱਚ ਲੱਭ ਰਹੇ ਆ, ਚਰਚਾਂ ਦੇ ਵਿੱਚ ਲੱਭ ਰਹੇ ਆ, ਪਰ ਪਰਮੇਸ਼ਰ ਕਹਿੰਦਾ ਤੁਸੀਂ ਆ, ਤੁਸੀਂ ਨਹੀਂ ਜਾਣਦੇ। ਸੋ ਅੱਜ ਇਹ ਮੰਦਰ ਬਣਾਉਂਦੇ ਆ, ਮੰਦਰਾਂ ਦੇ ਕਾਰਨ ਕੀ ਆ? ਝਗੜੇ ਹੁੰਦੇ ਆ। ਉਧਰੋਂ ਮੰਦਰ ਬਣ ਗਿਆ, ਉਧਰੋਂ ਮਸਜਿਦ ਬਣ ਗਈ, ਉਹ ਕਹਿੰਦੇ ਨੇ ਇੱਥੇ ਮੰਦਰ ਹੋਣਾ ਚਾਹੀਦਾ, ਉਹ ਕਹਿੰਦੇ ਨੇ ਇੱਥੇ ਮਸਜਿਦ ਹੋਣੀ ਚਾਹੀਦੀ ਆ। ਤੇ ਜਿਨ੍ਹਾਂ ਦੇ ਵਿੱਚ ਪੂਜਾ ਆ ਕੇ ਕਰਨੀ, ਉਹ ਉੱਥੇ ਕੀ ਹੋ ਰਹੇ ਆ? ਵੱਡੇ ਜਾ ਰਹੇ। ਕਿਦਾਂ ਹੀ ਹਾਲੇਲੂਇਆ। ਜਾਂ ਇਦਾਂ ਵੱਡੇ ਜਾ ਰਹੇ, ਇਹ ਬੰਦਾ ਮੰਦਰ ਵਾਲਾ ਮਸਜਿਦ 'ਚ ਕਿੱਦਾਂ ਚਲਾ ਗਿਆ, ਗੁਰਦੁਆਰੇ ਵਾਲਾ ਚਰਚ 'ਚ ਕਿੱਦਾਂ ਚਲਾ ਗਿਆ? ਉਹ ਇਸ ਕਰਕੇ ਵੱਡੇ ਜਾ ਰਹੇ। ਵੱਡ ਟੋਕ ਕਿਉਂ ਹੋਈ ਆ? ਕਿਉਂਕਿ ਕਿਸੇ ਨੂੰ ਪਹਿਚਾਣ ਹੈਗੀ ਨਹੀਂ ਕਿ ਅਸੀਂ ਹੀ ਪਰਮੇਸ਼ਰ ਦਾ ਮੰਦਰ ਹਾਂ। ਹਾਲੇਲੂਇਆ। ਜਦੋਂ ਪਹਿਚਾਣ ਹੋ ਜੂਗੀ, ਫਿਰ ਮਾਰ ਵੱਡ ਹੋਊਗੀ ਵੀ। ਸਾਨੂੰ ਪਹਿਚਾਣ ਹੈ, ਅਸੀਂ ਕਦੀ ਕਿਸੇ ਗੁਰਦੁਆਰੇ ਮੰਦਰ ਚਰਚ ਦਾ ਕੋਈ ਮਾਣ ਕਰਦੇ ਨਾ। ਸਾਨੂੰ ਇਹ ਮਾਣ ਹੋ ਗਿਆ ਕਿ ਸਾਡੇ ਅੰਦਰ ਪਰਮਾਤਮਾ ਦਾ ਕੀ ਹੋ ਗਿਆ? ਨਿਵਾਸ। ਹਾਲੇਲੂਇਆ। ਅਸੀਂ ਉਹਦਾ ਮੰਦਰ ਬਣ ਗਏ। ਹਾਲੇਲੂਇਆ। ਔਰ ਇਹ ਮੰਦਰ ਜਿਹੜਾ ਦੁੱਧ ਨਾਲ ਨਹੀਂ ਧੋਤਾ ਗਿਆ, ਕਾਹਦੇ ਨਾਲ ਧੋਤਾ ਗਿਆ ਆ? ਲਹੂ ਦੇ ਨਾਲ ਧੋਤਾ। ਲਹੂ ਦੇ ਨਾਲ ਕਦੀ ਕੋਈ ਚੀਜ਼ ਧੋਤੀ ਥੋੜੀ ਜਾਂਦੀ ਆ। ਦੁਨੀਆ ਵਿੱਚ ਜਿੰਨੇ ਵੀ ਲਹੂ ਆ, ਇਹਦੇ ਨਾਲ ਕੋਈ ਚੀਜ਼ ਧੋਣ ਦੀ ਤੁਸੀਂ ਕੋਸ਼ਿਸ਼ ਕਰੋ, ਲਹੂ ਦੇ ਨਾਲ ਧੋਤੀ ਨਹੀਂ ਜਾਂਦੀ, ਸਮਾਂ ਕਿ ਹੋਰ ਕਿਉਂ ਜਾਂਦੀ ਆ? ਕਿਉਂਕਿ ਲਹੂ ਜਿੱਦਾਂ ਹੀ ਸੁੱਕਦਾ, ਉਹਦੇ ਦਾਗ ਜਿੱਦਾਂ ਸੁੱਕਦੇ, ਕਿੱਦਾਂ ਕੀ ਹੋ ਜਾਂਦਾ? ਉਹ ਜਗ੍ਹਾ ਕਾਲੀ ਹੋ ਜਾਂਦੀ। ਲਹੂ ਕੀ ਜਾਂਦਾ? ਕਾਲਾ ਹੋ ਜਾਂਦਾ। ਸੋ ਉਹਦੀ ਸ਼ੋਭਾ ਤਾਂ ਪਹਿਲਾਂ ਦੇ ਨਾਲ ਵੀ ਖਰਾਬ ਹੋ ਜਾਂਦੀ ਹੈ। ਪਰ ਯਿਸੂ ਦਾ ਲਹੂ ਕੀ ਕਰਦਾ ਆ? ਸ਼ੁੱਧ ਕਰ ਦਿੰਦਾ ਆ। ਹਾਲੇਲੂਇਆ। ਹਾਲੇਲੂਇਆ। ਸੋ ਲਹੂ ਦੇ ਦੁਆਰਾ ਯਿਸੂ ਨੇ ਸਾਨੂੰ ਕੀ ਕੀਤਾ ਆ? ਧੋਤਾ। ਅਸੀਂ ਮੰਦਰ ਆ, ਸਾਨੂੰ ਕਿੱਦਾਂ ਧੋਤਾ ਆ? ਲਹੂ ਦੇ ਦੁਆਰਾ ਧੋਤਾ। ਹਾਲੇਲੂਇਆ। ਲਹੂ ਸਾਡੇ ਲਈ ਪੂਰਾ ਬਹਾ ਦਿੱਤਾ ਗਿਆ। ਉਹਦਾ ਲਹੂ ਆ ਜਿਹੜਾ ਸਾਨੂੰ ਜਲਾਲੀ ਬਣਾ ਦਿੰਦਾ। ਹਾਲੇਲੂਇਆ। ਉਹਦਾ ਲਹੂ ਦੇ ਵਿੱਚ ਕੁਦਰਤ ਆ, ਸਾਡੇ ਅੰਦਰੋਂ ਕੀ ਹੁੰਦਾ ਆ? ਪਰਮੇਸ਼ਰ ਦਾ ਜਲਾਲ, ਪਰਮੇਸ਼ਰ ਦੀ ਜੋਤ ਚਮਕਣੀ ਸ਼ੁਰੂ ਹੋ ਜਾਂਦੀ। ਹਾਲੇਲੂਇਆ। ਔਰ ਇਹਦੇ ਵਿੱਚ ਸਾਡੇ ਮਨਾਂ ਚੋਂ ਹਮੇਸ਼ਾ ਸਾਡੇ ਮਨ ਜਿਹੜੇ ਆ ਧੰਨਵਾਦ ਦੇ ਨਾਲ ਭਰੇ ਰਹਿੰਦੇ ਆ। ਠੀਕ ਹੈ। ਕਿਦਾਂ ਹੀ
ਧੰਨਵਾਦ ਨਾਲ ਕਹਿੰਦੇ ਆ ਭਰੀ ਭਰੀ ਰਹਿੰਦੀ ਆ। ਸਾਨੂੰ ਫਿਰ ਕਿਸੇ ਗੱਲ ਦੀ ਚਿੰਤਾ ਰਹਿੰਦੀ ਨਹੀਂ। ਜੇਕਰ ਅਗਿਆਨਤਾਵਸ਼ ਸਾਨੂੰ ਚਿੰਤਾ ਆ ਵੀ ਜਾਵੇ ਤੇ ਖੁਦਾ ਸਾਨੂੰ ਖਿੱਚ ਧੂ ਕੇ ਉਹ ਦਾਸ ਦੇ ਕੋਲ ਲੈ ਜਾਂਦਾ ਆ ਤੇ ਚਿੰਤਾ ਫਿਰ ਕੀ ਰਹਿੰਦੀ ਆ। ਦਾਸ ਜਦੋਂ ਬਾਣੀ ਦੱਸਦਾ ਵਚਨ ਦੱਸਦਾ ਕਿ ਸਾਡੀ ਚਿੰਤਾ ਕੀ ਜਾਂਦੀ ਆ, ਦੂਰ ਹੋ ਜਾਂਦੀ। ਚਿੰਤਾ ਨਹੀਂ ਦੂਰ ਹੁੰਦੀ, ਉਲਟਾ ਆਪਣੀ ਗਲਤੀ ਦਾ ਅਹਿਸਾਸ ਹੋਣਾ ਵੀ ਸ਼ੁਰੂ ਹੋ ਜਾਂਦਾ। ਹਾਲੇਲੂਇਆ। ਚਿੰਤਾ ਨਹੀਂ ਦੂਰ ਹੁੰਦੀ, ਕੀ ਹੁੰਦਾ ਆ, ਗਲਤੀ ਦਾ ਅਹਿਸਾਸ ਹੋਣਾ ਵੀ ਸ਼ੁਰੂ ਹੋ ਜਾਂਦਾ। ਵਾਕਈ ਮੇਰਾ ਪਰਮੇਸ਼ਰ ਗਲਤ ਨਹੀਂ, ਮੈਂ ਹੀ ਗਲਤ। ਹਾਲੇਲੂਇਆ। ਉਹਨੇ ਤਾਂ ਕਿਹਾ ਚਿੰਤਾ ਨਾ ਕਰੋ। ਹਾਲੇਲੂਇਆ। ਉਹਨੇ ਕਿਹਾ ਚਿੰਤਾ ਨਾ ਕਰੋ, ਕੀ ਖਾਵਾਂਗੇ, ਕੀ ਪੀਵਾਂਗੇ, ਕੀ ਪਹਿਨਾਂਗੇ। ਹਾਲੇਲੂਇਆ। ਤੁਹਾਨੂੰ ਇਹਦੀ ਚਿੰਤਾ ਕਰਨ ਦੀ ਲੋੜ ਨਹੀਂ। ਪਿਤਾ ਤੁਹਾਡੀ ਕੀ ਕਰਦਾ ਆ, ਚਿੰਤਾ। ਇਸ ਲਈ ਅਸੀਂ ਪਰਮੇਸ਼ਰ ਦਾ ਕੀ ਆ, ਮੰਦਰ ਹੈ। ਇਸ ਮੰਦਰ ਦੇ ਵਿੱਚੋਂ ਹਮੇਸ਼ਾ ਸਾਡੇ ਮਨ ਧੰਨਵਾਦ ਨਾਲ, ਮੰਦਰ ਦੇ ਵਿੱਚੋਂ ਹਮੇਸ਼ਾ ਕੀ ਨਿਕਲਦਾ ਰਹਿੰਦਾ ਵੀ, ਸ਼ੁਕਰਗੁਜ਼ਾਰੀਆਂ, ਭਜਨ, ਆਰਾਧਨਾ, ਪ੍ਰਵਚਨ, ਇਹ ਨਿਕਲਦੇ ਰਹਿੰਦੇ ਨਾ। ਸਾਡੇ ਚੋਂ ਵੀ ਕੀ ਹੋਣੇ, ਇਹ ਨਿਕਲਣੇ। ਇਹ ਤੁਹਾਡੇ ਚੋਂ ਕਢਾਉਣ ਦੇ ਜਦੋਂ ਪਸੀਨੇ ਹੋਣ ਦੇ। ਹਾਲੇਲੂਇਆ। ਹਾਲੇਲੂਇਆ। ਕੋਈ ਗੱਲ ਨਹੀਂ, ਹੌਲੀ ਹੌਲੀ ਕੀ ਹੋ ਜਾਊਗਾ, ਸਾਰਾ ਸੈੱਟ ਹੋ ਜਾਊਗਾ। ਜਿਹਦੇ ਵਿੱਚ ਧੰਨਵਾਦ ਨਿਕਲੂਗਾ ਤੇ ਖੁਦਾ ਸਾਬਤ ਕਰੂਗਾ ਤੁਹਾਡੇ ਵਿੱਚੋਂ, ਇਹ ਤੁਹਾਡੇ ਮੂੰਹ ਚੋਂ ਕਢਾ ਕੇ ਕਿਸੇ ਦੀ ਪੱਥਰੀ ਗਾਇਬ ਕਰਾ ਕੇ, ਕਿਸੇ ਦੀ ਰਸੌਲੀ ਗਾਇਬ ਕਰਾ ਕੇ, ਕਿਸੇ ਦਾ ਬੁਖਾਰ ਠੀਕ ਕਰਾ ਕੇ, ਕਿਸੇ ਦਾ ਭੂਤ ਕੱਢ ਕੇ, ਕਿਸੇ ਦਾ ਵੀਜ਼ਾ ਲਵਾ ਕੇ ਜਾਂ ਕੁਝ ਵੀ ਕਰਾ ਕੇ ਤੁਹਾਡੇ ਚੋਂ ਸਾਬਤ ਕਰ ਦੂਗਾ। ਤੁਹਾਡਾ ਭਾਵੇਂ ਵੀਜ਼ਾ ਲੱਗਾ ਨਾ ਹੋਵੇ, ਅਗਲੇ ਦਾ ਕੀ ਹੋ ਜਾਊਗਾ, ਤੁਹਾਨੂੰ ਫਿਰ ਯਕੀਨ ਰਹੂਗਾ ਕਿ ਮੇਰਾ ਪਰਮੇਸ਼ਰ ਜਿਹੜਾ ਨਾ ਉਹਦਾ ਵੀਜ਼ਾ ਲਵਾ ਰਿਹਾ, ਉਹਦਾ ਸੂਤ ਕਰਾ ਰਿਹਾ, ਉਹਦਾ ਵਿਜ਼ਨ ਸੈੱਟ ਕਰਾ ਰਿਹਾ ਆ। ਇਹਦਾ ਮਤਲਬ ਉਹ ਹੈਗਾ। ਹਾਲੇਲੂਇਆ। ਤੇ ਜੇ ਮੇਰਾ ਅਜੇ ਨਹੀਂ ਲੱਗ ਰਿਹਾ ਤੇ ਤਾਂ ਮਤਲਬ ਮੇਰੇ ਲਈ ਉਹਦੇ ਤੋਂ ਕੋਈ ਖਾਸ ਹੀ ਪਲਾਨ ਆ। ਆ ਗੱਲਾਂ ਸਮਝਣਾ ਪੈਣਾ। ਮੇਰੀ ਵਾਰੀ ਨਹੀਂ ਆ ਰਹੀ ਤੇ ਕੀ ਆ ਭਲਾ, ਮੇਰੇ ਲਈ ਕੋਈ ਖਾਸ ਸੋਚਿਆ, ਖਾਸ ਹੀ ਪਲਾਨ। ਕਹਿੰਦਾ ਜੇ ਕੋਈ ਸਖਣੇ ਆ, ਖਾਲੀ ਆ, ਪਰ ਬਹੁਤਿਆਂ ਨੂੰ ਤਾਂ ਨਹੀਂ ਬਣਾ ਲੈਂਦੀ ਹੈ। ਹਾਲੇਲੂਇਆ। ਹਾਲੇਲੂਇਆ। ਆਪ ਰੋਗੀ ਜੇ ਮਰਨਾਉ ਜੇ, ਬਹੁਤਿਆਂ ਨੂੰ ਕੀ ਕਰ ਦਿੰਦੇ ਭਲਾ, ਹਾਲੇਲੂਇਆ। ਆਪ ਰੋਗੀਆਂ ਵਰਗੇ ਮਰਨਾਉ ਜੇ, ਬਹੁਤਿਆਂ ਨੂੰ ਜੀਵਨ ਦੇਈ ਜਾਂਦੇ। ਹਾਲੇਲੂਇਆ। ਸੋ ਇਹ ਆਸ਼ਾ ਵੀ ਸਾਡੇ ਚੋਂ ਜਾਂਦੀ ਫਿਰ ਸਾਡਾ ਫਿਰ ਧੰਨਵਾਦ ਮੁੜ ਘੜ ਕੇ ਕਿੱਥੇ ਆਉਂਦਾ ਹੈ ਸਾਡੀ ਗੱਲ, ਧੰਨਵਾਦ ਪ੍ਰਭੂ ਤੇਰਾ ਧੰਨਵਾਦ, ਤੇਰੀ ਅਲੌਕਿਕ ਯੋਜਨਾ ਜਿਹੜੀ ਹਜੇ ਤੱਕ ਮੇਰੇ ਤੇ ਪ੍ਰਗਟ ਨਹੀਂ ਹੋਈ, ਪਰ ਮੈਨੂੰ ਪਤਾ ਤੂੰ ਹੈਗਾ ਹੈ ਤੇ ਮੇਰੇ ਨਾਲ ਆ। ਇਹਦੇ ਲਈ ਕੀ ਆ, ਤੇਰਾ ਧੰਨਵਾਦ। ਹਾਲੇਲੂਇਆ। ਹਾਲੇਲੂਇਆ। ਕੀ ਕਰਨਾ ਫਿਰ ਅਸੀਂ ਕੀ ਆ, ਕਿ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪਰਮੇਸ਼ਰ ਦਾ ਮੰਦਿਰ ਹੋ। ਬਸ ਜਿਹੜੀ ਤੁਹਾਨੂੰ ਪਰਮੇਸ਼ਰ ਦੀ ਵੱਲੋਂ ਨਾ ਸ਼ੁਰੂ ਤੋਂ ਪੂਰਾ ਕੀ ਤੁਸੀਂ ਇਹ ਨਹੀਂ ਜਾਣਦੇ ਹਾਂ ਭਈ ਤੁਹਾਡੀ ਦੇਹ ਤੁਹਾਡੇ ਅੰਦਰ ਹਾਂ ਪਵਿੱਤਰ ਆਤਮਾ ਦੀ ਹੈਕਲ ਹੈ। ਹਾਂ, ਤੁਹਾਡੀ ਦੇਹ ਤੁਹਾਡੇ ਅੰਦਰ ਕੀ ਆ ਭਲਾ, ਪਵਿੱਤਰ ਆਤਮਾ ਦੀ ਹੈਕਲ ਆ, ਮੰਦਿਰ ਆ। ਇਹ ਮੰਦਿਰ ਕਿਹਦਾ ਹੈ ਭਲਾ ਹੁਣ ਇਸ ਟਾਈਮ, ਪਵਿੱਤਰ ਆਤਮਾ ਦਾ। ਇਹਦੇ ਤੇ ਕਬਜ਼ਾ ਕਿਹਦਾ ਸੀ ਯਿਸੂ ਮਸੀਹ ਨੂੰ ਮੰਨਣ ਤੋਂ ਪਹਿਲਾਂ, ਸ਼ੈਤਾਨ ਦਾ। ਸ਼ੈਤਾਨ ਨੇ ਇਹਦੇ ਵਿੱਚ ਕਿਹੜੇ ਜਾਨਵਰ ਪਾਏ ਹੋਏ ਸੀਗੇ, ਹਨਾ, ਪਾਪ ਦੀ ਜਾਨਵਰ ਜਿਹੜੇ ਸੀ ਪਾਏ ਹੋਏ ਸੀ, ਜਿੱਦਾਂ ਸੱਪ, ਬੱਕਰੀ, ਆਪਾਂ ਕਿਵੇਂ ਦੇਖਿਆ ਸੀ, ਮੋਰ, ਸ਼ੇਰ, ਡੱਡੂ, ਕਛੂਆ ਵਗੈਰਾ ਵਗੈਰਾ, ਉਹ ਸਾਰੇ ਪਾਏ ਸੀ। ਆਪ ਅਗਲਾ ਖੜਾ ਸੀ ਵਿੱਚ ਡੰਡਾ ਲੈ ਕੇ, ਚਲੋ ਵੀ ਇੱਥੇ ਪਾਈ ਚਲੋ ਗੰਦ, ਪਾਈ ਚਲੋ ਗੰਦ। ਫਿਰ ਆਪਾਂ ਗਾਲਾਂ ਕੱਢੀ ਜਾਂਦੇ, ਸਾਨੂੰ ਕੋਈ ਅਫਸੋਸ ਹੁੰਦਾ ਹੀ ਨਹੀਂ ਸੀ। ਝਗੜੇ ਕਰੀ ਜਾਂਦੇ, ਸਾਨੂੰ ਅਫਸੋਸ ਹੁੰਦਾ ਹੀ ਨਹੀਂ ਸੀ। ਦੂਸਰੇ ਦਾ ਬੁਰਾ ਸੋਚੀ ਜਾਂਦੇ ਸੀ ਸੌਣ ਤੱਕ, ਹਨਾ। ਮਨ ਨੂੰ ਕੋਈ ਫੀਲਿੰਗ ਆਉਂਦੀ ਨਹੀਂ ਸੀ, ਇਹ ਕਰਦਾ ਕੀ ਹੈ, ਤੇਰਾ ਦੂਸਰੇ ਦਾ ਬੁਰਾ ਕਰਵਾ ਕੇ ਤੈਨੂੰ ਫਾਇਦਾ ਕੀ ਹੈ। ਪਰ ਹੁਣ ਕੀ ਹੋ ਰਿਹਾ ਹੈ, ਜਦੋਂ ਮੰਦਿਰ ਬਣ ਗਏ ਤੇ ਉਹ ਜਾਨਵਰ ਕੀ ਕਰਤੇ ਗਏ ਆ, ਬਾਹਰ ਕੱਢਤੇ। ਕੱਲ ਨੂੰ ਇਹਨਾਂ ਦੀ ਫੋਟੋ ਤੁਹਾਨੂੰ ਦਿਖਾ ਦਵਾਂਗਾ। ਹਾਲੇਲੂਇਆ। ਜਾਨਵਰ ਕੀ ਕਰਤੇ ਗਏ ਆ, ਕੱਢ ਦਿੱਤੇ ਗਏ ਆ। ਹਾਲੇਲੂਇਆ। ਅੰਦਰ ਕੀ ਆ ਗਿਆ ਆ, ਪਵਿੱਤਰ ਆਤਮਾ। ਪਵਿੱਤਰ ਆਤਮਾ ਆ ਗਿਆ ਅੰਦਰ। ਹੁਣ ਸ਼ੁੱਧੀਕਰਨ ਚੱਲ ਰਿਹਾ ਅੰਦਰ। ਹੁਣ ਇਹਦੇ ਕੀ ਰਹਿਣਾ ਆ, ਜਦੋਂ ਪਵਿੱਤਰ ਆਤਮਾ ਆ ਤੇ ਹੁਣ ਗਾਲਾਂ ਬਣਾ ਤਾਂ ਹੋਣੀਆਂ ਨਹੀਂ। ਇਹਦੀ ਥਾਂ ਤੇ ਕੀ ਹੋਣਾ ਆ, ਗਵਾਹੀ ਹੋਣੀ ਆ, ਧੰਨਵਾਦ ਹੋਣਾ ਆ, ਪ੍ਰਵਚਨ ਹੋਣਾ ਆ, ਭਜਨ ਹੋਣੇ ਆ, ਔਰ ਜੋ ਕੁਝ ਵੀ ਮੰਦਿਰ ਵਿੱਚ ਹੁੰਦਾ ਹੋ ਸਕਦਾ, ਉਹ ਹੀ ਸਾਰਾ ਸਾਡੇ ਵਿੱਚੋਂ ਦੀ ਹੋਣਾ ਆ। ਹਾਲੇਲੂਇਆ। ਹਾਲੇਲੂਇਆ। ਬੰਦ ਕਰਦੇ ਪ੍ਰਾਰਥਨਾ। ਵਚਨ ਪੂਰਾ। ਹਾਂਜੀ ਪੜ੍ਹਦੇ ਕੀ ਤੁਸੀਂ ਇਹ ਨਹੀਂ ਜਾਣਦੇ ਭਈ ਤੁਹਾਡੀ ਦੇਹ ਤੁਹਾਡੇ ਅੰਦਰ ਹਾਂ। ਪਵਿੱਤਰ ਆਤਮਾ ਦੀ ਹੈਕਲ ਹੈ, ਹਾਂਜੀ। ਜਿਹੜੀ ਤੁਹਾਨੂੰ ਪਰਮੇਸ਼ਰ
ਮਿਲੀ ਹੈ ਕਿ ਤੁਸੀਂ ਆਪਣੇ ਆਪ ਦੇ ਨਹੀਂ ਹੋ। ਹਾਂ, ਇਸ ਗੱਲ ਨੂੰ ਆਪਾਂ ਪੂਰੀ ਕੰਪਲੀਟ ਕੱਲ ਨੂੰ ਦੇਖਾਂਗੇ। ਹਾਲੇਲੂਇਆ। ਇਹ ਹੁਣ ਅੱਜ ਸੋਚ ਕੇ ਚੱਲ ਜਾਓਗੇ ਤੁਸੀਂ ਆਪਣੇ ਆਪ ਦੇ ਨਹੀਂ ਇਹ ਆਪਣੀਆਂ ਮਰਜ਼ੀਆਂ ਕਰਨੇ ਕੀ ਕਰਦੇ ਹੋ ਬੰਦ ਕਰ ਦਿਓ। ਮੈਂ ਕਹਾ ਮੁੜ ਕੇ ਘੋੜੀ ਕਿੱਥੇ ਹੋਣੀ ਆ, ਖੋਤੀ ਸੋਰੀ ਘੋੜ ਥੱਲੇ ਆਈ ਜਾਣੀ, ਹੁਣ ਲਈ ਆਉਣਾ। ਹਾਲੇਲੂਇਆ। ਇਹ ਜੇ ਆਪਣੀ ਮਰਜ਼ੀ ਛੱਡੋ, ਉਹਦੀ ਮਰਜ਼ੀ 'ਚ ਰਹੋ। ਹਾਲੇਲੂਇਆ। ਪ੍ਰਾਰਥਨਾ ਕਰਦੇ ਪ੍ਰਭੂ ਜੀ ਧੰਨਵਾਦ ਅੱਜ ਅੱਛੇ ਸਮੇਂ ਲਈ, ਵਚਨਾਂ ਲਈ, ਤਸੱਲੀਆਂ ਲਈ ਧੰਨਵਾਦ। ਤੇਰੇ ਵਚਨ ਦੀ ਤਸੱਲੀ ਸਾਡੇ ਰੋਗ ਮਿਟਾ ਦਿੰਦੀ ਆ, ਹਾਲੇਲੂਇਆ। ਸਾਡੇ ਸਾਰੇ ਸਿਸਟਮ ਨੂੰ ਸੈੱਟ ਕਰ ਦਿੰਦੀ ਆ, ਔਰ ਸਾਡੀ ਪਰੇਸ਼ਾਨੀਆਂ ਤੱਕ ਨੂੰ ਦੂਰ ਕਰ ਦਿੰਦੀ ਆ, ਔਰ ਸਾਨੂੰ ਤੇਰੇ ਰੂਪ ਤੇ ਬਣਾਉਂਦੀ ਆ। ਤੇਰੇ ਵਚਨ ਦੁਆਰਾ ਹੀ ਸਾਨੂੰ ਤਸੱਲੀ ਮਿਲੀ। ਵੱਡੀ ਕਿਰਪਾ ਕਰ ਪ੍ਰਭੂ ਯਿਸੂ ਮਸੀਹ ਨਾਮ ਵਿੱਚ ਆਮੀਨ। ਸਾਡੇ ਕੋਲ ਆਪ ਦਾ ਫਜ਼ਲ ਬਾਪ ਦੀ ਮੁਹੱਬਤ ਪ੍ਰਾਰਥਨਾ ਫਾਕਸ਼ਾ ਕੋਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਨੂੰ ਨਾਲ ਹੁੰਦੀ ਰਹੇ। ਆਮੀਨ। ਹਾਲੇਲੂਇਆ। ਹਾਲੇਲੂਇਆ।